एक दो दिन ਵਿੱਚ ਪੰਜਾਬ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਦੀ ਤੋਹੀਨ ਕਰਾਈ ਹੈ, ਸਾਡੇ ਪੁਲਿਸ ਆਫੀਸਰਸ ਦੀ ਤੋਹੀਨ ਕਰਾਈ ਹੈ ਔਰ ਜਿਸ ਢੰਗ ਦੇ ਨਾਲ ਇਹ ਸਾਰਾ ਮਾਮਲਾ ਤਜਿੰਦਰਪਾਲ ਬੱਗੇ ਦਾ ਹੈਂਡਲ ਕੀਤਾ, ਇਹ ਸਿਰਫ ਤੇ ਸਿਰਫ ਇੱਕ ਵਿਅਕਤੀ ਦੀ ਹਉਮੈ ਨੂੰ ਪੱਠੇ ਪਾਉਣ ਵਾਸਤੇ ਅਰਵਿੰਦ ਕੇਜਰੀਵਾਲ। ਔਰ ਮੈਨੂੰ ਦੁੱਖ ਇਸ ਗੱਲ ਦਾ ਵਾ ਕਿ ਅਗਰ ਅਰਵਿੰਦ ਕੇਜਰੀਵਾਲ ਨੂੰ ਕੋਈ ਮਲਾਲ ਹੈ ਕਿਸੇ ਤੇ, ਅਲਕਾ ਲਾਂਬਾ ਤੇ ਹੈ, ਕੁਮਾਰ ਵਿਸ਼ਵਾਸ ਤੇ ਹੈ, ਤਜਿੰਦਰਪਾਲ ਬੱਗਾ ਤੇ ਹੈ, ਉਹ ਸਾਰੇ ਦਿੱਲੀ ਦੇ ਰਹਿਣ ਵਾਲੇ ਨੇ। ਅਰਵਿੰਦ ਕੇਜਰੀਵਾਲ ਦਿੱਲੀ ਦਾ ਮੁੱਖ ਮੰਤਰੀ ਹੈ। ਅਗਰ ਇਹਨੂੰ ਕੋਈ ਲੱਗਦਾ ਸੀਗਾ ਕਿ ਕੁਝ ਗਲਤ ਹੋਈ, ਅਕਸਰ ਦੇਸ਼ ਦਾ ਕਾਨੂੰਨ ਆ, ਦਿੱਲੀ ਵਿੱਚ ਹਾਈ ਕੋਰਟ ਹੈ, ਦਿੱਲੀ 'ਚ ਸੁਪਰੀਮ ਕੋਰਟ ਹੈ, ਦਿੱਲੀ ਕੋ ਪੁਲਿਸ ਹੈ, ਤੁਸੀਂ ਉੱਥੇ ਆਪਣੀ ਕੰਪਲੇਂਟ ਲੌਂਚ ਕਰੋ ਕਿ ਇਹਨਾਂ ਆਦਮੀਆਂ ਨੇ ਡੈਰੋਗੇਟਰੀ ਸ਼ਬਦ ਵਰਤੇ ਨੇ ਜਾਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਪੰਜਾਬ ਦੇ ਵਿੱਚ ਪੁਲਿਸ ਦਾ ਮਹਿਕਮਾ ਆਉਂਦਿਆਂ ਸਾਰ ਜਿਸ ਢੰਗ ਦੇ ਨਾਲ ਬਦਲਾਖੋਰੀ ਤੇ ਇਹ ਅਰਵਿੰਦ ਕੇਜਰੀਵਾਲ ਪੰਜਾਬ ਦੀ ਪੁਲਿਸ ਦਾ ਸਹਾਰਾ ਲੈ ਰਹੇ ਨੇ, ਉਹ ਸਰਾਸਰ ਗਲਤ ਹੈ ਔਰ ਇਹ ਗਲਤ ਰਹੇਗਾ। ਕੱਲ ਹਾਈ ਕੋਰਟ 'ਚ ਵੀ ਤੋਹੀਨ ਕਰਾਈ, ਅੱਜ ਵੀ ਹਾਈ ਕੋਰਟ ਨੇ ਪੋਸਟਪੋਨ ਕਰਤਾ ਮਾਮਲਾ ਮੰਗਲਵਾਰ ਵਾਸਤੇ ਕਿ ਜਿੱਦਣ ਤਜਿੰਦਰਪਾਲ ਬੱਗੇ ਦੀ ਜਿਹੜੀ ਕੁਐਸ਼ਿੰਗ ਆ, ਅਸੀਂ ਉਹਦੇ ਨਾਲ ਹੀ ਸਾਰੀ ਗੱਲ ਸੁਣਾਂਗੇ। ਔਰ ਸਾਡੀ ਜਿਹੜੀ ਪੁਲਿਸ ਦਾ ਖਾਸ ਤੌਰ ਤੇ ਇੱਕ FIR ਰਜਿਸਟਰ ਕਰਾਤੀ ਆ, ਉਹਨਾਂ ਸਾਰੇ ਪੁਲਿਸ ਆਫੀਸਰ ਦੇ ਕਰੀਅਰ ਖਰਾਬ ਹੋਣਗੇ, ਉਹ FIR ਨਹੀਂ ਛੇਤੀ ਟੁੱਟਣੀ ਨਹੀਂਗੀ। ਔਰ ਦੂਸਰੀ ਗੱਲ ਇੱਕ ਇਹਦੇ ਨਾਲ ਐਡ ਕਰਨਾ ਕਿ ਥੋੜ੍ਹਾ ਬਹੁਤਾ ਮਾਦਾ ਕ੍ਰਿਟਿਸਿਜ਼ਮ ਦਾ ਰੱਖਣਾ ਚਾਹੀਦਾ ਅਰਵਿੰਦ ਕੇਜਰੀਵਾਲ ਨੂੰ। ਤੁਸੀਂ ਦੂਜਿਆਂ ਨੂੰ ਤਾਂ ਬੜੇ ਪਾਠ ਪੜਾਉਣੇ ਹੋ ਆਮ ਆਦਮੀ ਦੇ ਤੇ ਨੈਤਿਕਤਾ ਦੇ ਤੇ ਮੋਰੈਲਿਟੀ ਤੇ ਐਥਿਕਸ ਪੋਲਿਟਿਕਸ ਵਿੱਚ, ਇੰਨਾ ਕ੍ਰਿਟਿਸਿਜ਼ਮ ਨਹੀਂ ਜਰ ਸਕੇ। ਔਰ ਮੇਰਾ ਤਾਂ ਇਹ ਮੰਨਣਾ ਵਾ ਕਿ ਸੋਸ਼ਲ ਮੀਡੀਆ ਜਾਂ ਦੂਜੇ ਪਲੇਟਫਾਰਮਸ 'ਤੇ ਅਗਰ ਕੋਈ ਗੱਲ ਆਪਣੀ ਕਰਦਾ, ਦਿਸ ਇਜ਼ ਫਰੀडम ਆਫ ਸਪੀਚ, ਇਟਸ ਫੰਡਾਮੈਂਟਲ ਰਾਈਟ ਹੈ ਸਾਡਾ। ਇੱਕ ਫੰਡਾਮੈਂਟਲ ਰਾਈਟ ਨੂੰ ਕੁਚਲ ਕੇ ਕਦੀ ਰੋਪੜ ਦੀ ਪੁਲਿਸ, ਕਦੀ ਮੋਹਾਲੀ ਦੀ ਪੁਲਿਸ, ਇਹਨਾਂ ਦਾ ਦੁਰਉਪਯੋਗ ਕਰਕੇ ਸਿਰਫ ਆਪਣੀ ਬਦਲਾਖੋਰੀ ਦੀ ਰਾਜਨੀਤੀ ਨੂੰ ਅੰਜਾਮ ਦੇਣ ਵਾਸਤੇ ਜੋ ਕੀਤਾ, ਇਹ ਬਹੁਤ ਬਹੁਤ ਨਿੰਦਣਯੋਗ ਆ। ਔਰ ਇਹ ਤਿੰਨੇ ਮਾਮਲੇ ਵਾਪਸ ਲੈਣੇ ਚਾਹੀਦੇ। ਸਾਡਾ ਮੇਰਾ ਬੱਗੇ ਨਾਲ ਕੋਈ ਲੈਣਾ ਦੇਣਾ ਨਹੀਂਗਾ, ਬਟ ਦ ਵੇ ਚਾਹੇ ਉਹ BJP ਦਾ ਹੈ, ਚਾਹੇ ਕੋਈ ਅਲਕਾ ਲਾਂਬਾ ਹੈ, ਚਾਹੇ ਕੁਮਾਰ ਵਿਸ਼ਵਾਸ ਆ, ਤੁਸੀਂ ਇੱਕ ਆਦਮੀ ਦੇ ਅਧਿਕਾਰ ਨੂੰ ਸਿਰਫ ਸੱਤਾ ਦੀ ਮਸ਼ੀਨਰੀ ਦਾ ਦੁਰਉਪਯੋਗ ਕਰਕੇ ਕੁਚਲ ਰਹੇ। ਦੂਸਰਾ ਮੈਂ ਕਹਿਣਾ ਚਾਹੁੰਦਾ ਕਿ ਜਿਹੜੀ ਇਸ਼ਤਿਹਾਰਬਾਜ਼ੀ ਕੀਤੀ ਜਾ ਰਹੀ ਪੰਜਾਬ 'ਚ, ਮੈਨੂੰ ਬਹੁਤ ਸਾਰੇ ਲੋਕਾਂ ਨੇ ਕੰਪਲੇਂਟ ਕੀਤੀ ਆ ਕਿ ਗੁਜਰਾਤ ਦੇ ਪੇਪਰਸ, ਰਾਜਸਥਾਨ ਦੇ ਪੇਪਰਸ ਔਰ ਬਲਕਿ ਇਲੈਕਟ੍ਰੋਨਿਕ ਮੀਡੀਆ ਜਿਹਦਾ ਪੰਜਾਬ ਨਾਲ ਕੋਈ ਸਰੋਕਾਰ ਨਹੀਂ ਗਾ, ਲੱਖਾਂ ਕਰੋੜਾਂ ਰੁਪਏ ਪੰਜਾਬ ਦੇ ਬਰਬਾਦ ਕੀਤੇ ਜਾ ਰਹੇ ਨੇ ਆਪਣੀ ਸਸਤੀ ਸ਼ੋਹਰਤ ਵਾਸਤੇ। ਸਮਝ ਆ ਗਈ ਆ ਪੰਜਾਬ ਦੇ ਮੀਡੀਆ ਨੂੰ, ਤੁਸੀਂ ਦਿੰਦੇ ਹੋ ਐਡਵਰਟਾਈਜ਼ਮੈਂਟ, ਪੰਜਾਬ ਦੀ ਕੋਈ ਗੱਲ ਕਹਿਣਾ ਚਾਹੁੰਦੇ ਹੋ, ਪੰਜਾਬ ਦੇ ਲੋਕਾਂ ਤੱਕ ਪਹੁੰਚਦੀ ਹੈ। ਗੁਜਰਾਤ ਦਾ ਪੰਜਾਬ ਦੇ ਮੁੱਖ ਮੰਤਰੀ ਦਾ ਇਸ਼ਤਿਹਾਰ ਦੇਣਾ ਉੱਥੇ ਕੀ ਤੁਕ ਬਣਦੀ ਹੈ ਜੀ। ਔਰ ਬਹੁਤ ਵੱਡਾ ਪੈਸਾ ਸਾਡੇ ਪੰਜਾਬ ਦਾ ਆਊਟ ਆਫ ਪੰਜਾਬ ਜਿਹੜਾ ਫॉर ਐਡਵਰਟਾਈਜ਼ਮੈਂਟ ਐਂਡ ਪਬਲਿਸਿਟੀ ਜਾ ਰਿਹਾ, ਦੈਟ ਸ਼ੁੱਡ ਆਲਸੋ ਸਟਾਪ ਇਮੀਡੀਏਟਲੀ। ਮੈਂ ਉਹਨਾਂ ਨੂੰ ਆਫਿਸਰਸ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਪੁਲਿਸ ਦਾ ਹਸ਼ਰ ਦੇਖ ਲਿਆ ਨਾ ਕੀ ਹੋਇਆ, ਪਰਚਾ ਦਰਜ ਹੋ ਗਿਆ ਨਾ ਉਹਨਾਂ ਦੇ ਉੱਤੇ। ਦਿਨ ਦੂਰ ਨਹੀਂ ਹੁੰਦਾ, ਸਮਾਂ ਬਦਲਦੇ ਵਕਤ ਪਤਾ ਨਹੀਂ ਲੱਗਦਾ ਹੁੰਦਾ। ਇਹ ਨਾ ਹੋਵੇ ਕਿ ਕੱਲ ਨੂੰ ਤੁਸੀਂ ਵੀ ਜਵਾਬਦੇਹ ਹੋ ਜਾਓ, ਤੁਹਾਡੇ ਤੇ ਵੀ ਪ੍ਰੋਸੀਡਿੰਗਸ ਚੱਲਣ। ਔਰ ਤੀਸਰੀ ਗੱਲ ਇੰਪੋਰਟੈਂਟ, ਜਿਹੜਾ ਅੱਜ ਲੋਕ ਹਿੱਤ ਦੀ ਇੱਕ ਆਵਾਜ਼ ਆ ਰਹੀ ਪੰਜਾਬ 'ਚੋਂ, ਪੰਜਾਬ ਦੇ ਕਿਸਾਨ ਚਾਹੁੰਦੇ ਨੇ ਕਿ ਜਿਹੜੀ ਝੋਨੇ ਦੀ ਬਿਜਾਈ ਹੈਗੀ ਆ, ਇਹ ਇਟ ਸ਼ੁੱਡ ਨਾਟ ਬੀ ਡਨ ਲੇਟਰ ਦੈਨ 10th ਜੂਨ। ਪਿਛਲੇ ਕੁਝ ਸਾਲਾਂ ਤੋਂ 10 ਜੂਨ ਦੀ ਡੇਟ ਤੈਅ ਕੀਤੀ ਗਈ ਸੀਗੀ। 10 ਜੂਨ ਤੋਂ ਬਾਅਦ ਝੋਨਾ ਲਾਉਣ ਦੀ ਆਗਿਆ ਦਿੱਤੀ ਜਾਂਦੀ ਸੀ, ਲੇਕਿਨ ਇਹਨਾਂ ਨੇ ਹੁਣ 4 ਜ਼ੋਨਾਂ 'ਚ ਪੰਜਾਬ ਨੂੰ ਵੰਡ ਕੇ ਜਿਹੜਾ ਲਾਸਟ ਜ਼ੋਨ ਹੈਗਾ ਗੁਰਦਾਸਪੁਰ ਤਰਨਤਾਰਨ ਦਾ, ਉਹਨੂੰ 24 ਜੂਨ ਤੱਕ ਲੈ ਕੇ। ਉੱਧਰ ਜਿਹੜਾ ਗੁਰਦਾਸਪੁਰ ਖਾਸ ਤੌਰ 'ਤੇ ਉਹ ਸਾਰਾ ਪਹਾੜਾਂ ਨਾਲ ਲੱਗਦੀ ਬੈਲਟ ਹੈ। ਜਦ ਨੂੰ ਝੋਨਾ ਪੱਕਦਾ ਉੱਥੇ ਧੁੰਦ, ਮੋਇਸਚਰ, ਉਹਦੇ ਨਾਲ ਝੋਨੇ ਦੀ ਫਸਲ ਜਿਹੜੀ ਬਰਬਾਦ ਹੋ ਜਾਏਗੀ। ਇਸ ਲਈ ਮੇਰੀ ਭਗਵੰਤ ਮਾਨ ਉਹਨਾਂ ਨੂੰ ਬਹੁਤ ਨਿਮਰਤਾ ਨਾਲ ਬੇਨਤੀ ਹੈ ਕਿ ਘੱਟੋ ਘੱਟ ਇੱਕ ਜਨਤਕ ਆਵਾਜ਼ ਆ ਰਹੀ ਆ, ਕਿਸਾਨਾਂ ਵੱਲੋਂ ਆਵਾਜ਼ ਆ ਰਹੀ ਹੈ ਕਿ ਤੁਸੀਂ ਝੋਨੇ ਦੀ ਬਿਜਾਈ ਦਾ ਜਿਹੜਾ ਹੈ ਸਮਾਂ, ਉਸ ਨੂੰ ਪ੍ਰੀਪੋਨ ਕਰਕੇ ਤੇ 10 ਜੂਨ ਤੱਕ ਤੁਸੀਂ ਸ਼ੁਰੂਆਤ ਕਰਨ ਦੀ ਲੋਕਾਂ ਨੂੰ ਆਗਿਆ ਦੇ ਦਿਓ। ਲਾਸਟਲੀ, ਅਨਫੋਰਚੂਨੇਟਲੀ ਇੱਕ ਮਾਮਲਾ ਬੜਾ ਅਨਨੋਟਿਸ ਚਲੇ ਗਿਆ ਵਾ, ਜਿਹੜਾ 670 ਕਰੋੜ ਰੁਪਈਆ ਆਟੇ ਦੀ ਡਾਇਰੈਕਟ ਡਿਲੀਵਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਇਹ ਸਵਾਏ ਭ੍ਰਿਸ਼ਟਾਚਾਰ ਤੋਂ, ਸਵਾਏ ਸਕੈਂਡਲ ਤੋਂ ਕੁਛ ਨਹੀਂ ਗਾ। ਕਿਸੇ ਪੰਜਾਬ ਦੇ 1 ਕਰੋੜ 59 ਲੱਖ ਲਾਭਪਾਤਰ ਨੇ ਕਿਹਾ ਕਿ ਸਾਨੂੰ ਕਣਕ ਦੀ ਜਗ੍ਹਾ ਤੇ ਆਟਾ ਚਾਹੀਦਾ। ਮੰਗਿਆ ਹੀ ਕਿਸੇ ਨੇ ਨਹੀਂ ਗਾ। ਜਿਹੜੀਆਂ ਚੀਜ਼ਾਂ ਮੰਗ ਰਹੇ ਨੇ, ਟੈਂਕੀਆਂ ਤੇ ਚੜ੍ਹ ਕੇ ਅਧਿਆਪਕ ETT ਦੇ ਟੈਟ ਪਾਸ ਤੇ BEd ਪਾਸ, ਉਹ ਤਾਂ ਤੁਸੀਂ ਦੇ ਨਹੀਂ ਰਹੇ ਹੋ। 13,000 ਅਧਿਆਪਕ ਜਿਹੜਾ ਹੈ ਪਿਛਲੇ ਕੁਝ ਸਾਲਾਂ ਤੋਂ ਸਿਰਫ 6,000 ਤਨਖਾਹ ਤੇ ਕੰਮ ਕਰ ਰਿਹਾ ਵਾ, ਤੇ ਅਰਵਿੰਦ ਕੇਜਰੀਵਾਲ ਉਹਨਾਂ ਦੇ ਧਰਨੇ 'ਚ ਗਏ ਨੇ। ਉਹ ਵੀਡੀਓ ਮੈਂ ਅੱਜ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਆ। ਉਹ ਕਹਿੰਦੇ ਸਾਨੂੰ ਘੱਟੋ ਘੱਟ ਰੈਗੂਲਰਾਈਜ਼ ਕਰ ਦਿਓ, ਜਿਹੜੀ 26,000 ਨੌਕਰੀ ਕੱਢੀ ਗਈ ਆ। ਪਹਿਲਾਂ ਉਹ 13,000 ਜਿਹੜਾ 6,000 ਰੁਪਏ
ਦਿਹਾੜੀਦਾਰਾਂ ਦੀ ਤਨਖਾਹ ਤੇ ਕੰਮ ਕਰ ਰਹੇ, ਘੱਟੋ ਘੱਟ ਉਹਨਾਂ ਨੂੰ ਤਾਂ ਇਨਕਲੂਡ ਕਰ ਲਓ ਤੁਸੀਂ ਉਹਦੇ ਵਿੱਚ। ਇਸ ਲਈ ਪ੍ਰਾਇੋਰਿਟੀ ਕੀ ਸਰਕਾਰ ਦੀ ਤੇ ਕਰ ਕੀ ਰਹੇ ਨੇ? ਪ੍ਰਾਇੋਰਿਟੀ ਹੈਗੀ ਆ ਕਿ ਲੋਕਾਂ ਨੂੰ ਪੰਜਾਬ ਸਰਕਾਰ ਜਿਹੜੀ ਆਪਣੇ ਕਰਜ਼ੇ ਨੂੰ ਘਟਾਵੇ, ਤੇ ਤੁਸੀਂ 7000 ਕਰੋੜ ਰੁਪਈਆ ਪਹਿਲੇ ਮਹੀਨੇ 'ਚ ਕਰਜ਼ੇ 'ਚ ਇਜ਼ਾਫਾ ਕੀਤਾ ਵਾ, ਔਰ ਉਹਦੇ 'ਚ ਇੱਕ ਸਕੀਮ ਲੈਣ ਦੀ 670 ਕਰੋੜ ਰੁਪਈਆ ਆਟਾ ਵੰਡਿਆ ਕਰ। ਆਟਾ ਬੈਡ ਨਿਊਟ੍ਰੀਸ਼ਨ, ਜਿਹੜਾ ਕਣਕ ਪਤਾ ਨਹੀਂ ਕਿੱਦਾਂ ਦੀ ਕਿਹੜੀਆਂ ਏਜੰਸੀਆਂ ਨੇ ਪੀਸਣੀ, ਵਿੱਚੇ ਸੁੰਡੀਆਂ ਪੀਸ ਦੇਣੀਆਂ, ਵਿੱਚੇ ਸੁਸਰੀ ਪੀਸ ਦੇਣੀ ਆ, ਤੇ ਨਿਊਟ੍ਰੀਸ਼ੀਅਸ ਵੈਲਿਊ ਜਿਹੜੀ ਉਹ ਜ਼ੀਰੋ ਹੋਵੇ। ਜਦ ਕਣਕ ਮਿਲਦੀ ਸੀ ਗਰੀਬ ਆਦਮੀ ਨੂੰ, ਉਹ ਜਿੰਨੀ ਉਹਨੂੰ ਕਣਕ ਆਟਾ ਚਾਹੀਦਾ ਸੀਗਾ 3-4 ਕਿਲੋ ਆਪਣੀ ਕਣਕ ਨੂੰ ਪਹਿਲਾਂ ਘਰਾਂ 'ਚ ਨਾ ਬਕਾਇਦਾ ਕਣਕ ਨੂੰ ਸੁਕਾਉਣਾ ਪੈਂਦਾ ਵਾ, ਉਹਨੂੰ ਸਾਫ਼ ਕਰਨਾ ਪੈਂਦਾ, ਫਿਰ ਆਟਾ ਬਣਦਾ ਵਾ। ਉਹ ਆਪਣੀ ਲੋੜ ਅਨੁਸਾਰ ਆਟਾ ਲੈ ਲੈਂਦੇ ਸੀਗੇ। ਇਹ ਕਿਸੇ ਸ਼ਰਾਰਤੀ ਦਿਮਾਗ ਨੇ ਇਹਨਾਂ ਦੇ ਦਿਮਾਗ ਵਿੱਚ ਪਾਇਆ ਵਾ ਕਿ 670 ਕਰੋੜ ਰੁਪਈਆ ਲਾਓ ਤੇ ਆਪਾਂ ਉਹ 'ਚੋਂ ਪੈਸੇ ਕਮਾਂ। ਅਰਵਿੰਦ ਕੇਜਰੀਵਾਲ ਦੇ ਆਪਣੇ ਫਾਰਮੂਲੇ 'ਚ ਹੀ ਹੈਡ ਸੈਡ ਕੈਟੇਗੋਰਿਕਲੀ ਕਿ ਬਜਟ ਵਿੱਚ ਬਹੁਤ ਕਰਪਸ਼ਨ ਹੁੰਦੀ ਹੈ, ਇਹ ਬਜਟ ਦਾ ਹਿੱਸਾ ਹੀ ਆ ਹੁਣ। ਤੇ ਉਹ ਕਹਿੰਦੇ ਸੀ 20% ਮੈਂ ਸਮਝਦਾ ਕਿ ਬਜਟ 'ਚ ਕਰਪਸ਼ਨ ਹੁੰਦੀ, ਤੇ ਜੇ 20% ਲਾ ਕੇ ਚੱਲੀਏ ਤੇ 125 ਕਰੋੜ ਰੁਪਈਆ ਸਾਡਾ ਇਲਜ਼ਾਮ ਆ ਕਿ ਆਮ ਆਦਮੀ ਪਾਰਟੀ ਦੇ ਉਹ ਲੋਕ ਜਿਨ੍ਹਾਂ ਨੇ ਇਹ ਸਕੀਮ ਜਾਣਬੁੱਝ ਕੇ ਲਾਂਚ ਕੀਤੀ ਆ, ਉਹ 125 ਕਰੋੜ ਰੁਪਈਆ ਪੰਜਾਬ ਦੇ ਲੋਕਾਂ ਦਾ ਬਰਬਾਦ ਕਰਾਉਣਗੇ। ਇਹ ਸਾਰੇ ਇਸ਼ੂਜ਼ ਅੱਜ ਅੰਦਰ ਵੀ ਡਿਸਕਸ ਹੋਏ ਨੇ CLP ਦੀ ਮੀਟਿੰਗ 'ਚ, ਔਰ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਲੋਕਾਂ ਨੂੰ ਠੀਕ ਗਵਰਨੈਂਸ ਮਿਲੇ ਔਰ ਰਾਹਤ ਮਿਲੇ, ਔਰ ਖਾਸ ਤੌਰ ਤੇ ਜਿਹੜੇ ਬੇਰੁਜ਼ਗਾਰ ਅਧਿਆਪਕ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਜਿਹੜੇ ਪਹਿਲਾਂ ਆਲਰੇਡੀ ਕੰਟਰੈਕਟ ਬੇਸਿਸ ਤੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕੇ ਕੀਤਾ ਜਾਵੇ। ਖਹਿਰਾ ਸਾਹਿਬ, ਆਮ ਆਦਮੀ ਪਾਰਟੀ ਦੀ ਸਟੇਟਮੈਂਟ ਆ ਰਹੀ ਹੈ, ਚਾਹੇ ਕਿਸੇ ਨੂੰ, ਮੈਂ ਪਹਿਲਾਂ ਕਿਹਾ ਮੇਰਾ ਤਜਿੰਦਰ ਬੱਗੇ ਨਾਲ ਕੋਈ ਲੈਣਾ ਦੇਣਾ ਨਹੀਂਗਾ, ਬਟ ਅਰਵਿੰਦ ਕੇਜਰੀਵਾਲ ਪੰਜਾਬ ਦੀ ਪੁਲਿਸ ਦਾ ਕਿਉਂ ਇਸਤੇਮਾਲ ਕਰ ਰਹੇ ਨੇ? ਪੰਜਾਬ ਦਾ ਮਾਹੌਲ ਤਜਿੰਦਰ ਬੱਗੇ ਨੇ ਕੀ ਖਰਾਬ ਕੀਤਾ? ਮੈਂ ਉਹਦੀ ਸਟੇਟਮੈਂਟ ਸੁਣ ਰਿਹਾ ਸੀਗਾ, ਉਹ ਕਹਿੰਦਾ ਸੀ ਕੇਜਰੀਵਾਲ ਨੇ ਇੱਕ ਬਿਆਨ ਦਿੱਤਾ ਸੀਗਾ ਜੀ ਕਿ 24 ਘੰਟੇ 'ਚ ਮੈਂ ਬੇਅਦਬੀਆਂ ਦਾ ਮਸਲਾ ਹੱਲ ਕਰੂੰਗਾ। ਪੰਜਾਬ ਪੁਲਿਸ ਇਜ਼ ਸਪੋਜ਼ਡ ਟੂ ਬੀ ਯੂਜ਼ਡ ਫॉर द ਵੈਲਫੇਅਰ ਆਫ ਦ ਸਟੇਟ ਟੂ ਕੰਟਰੋਲ ਲਾਅ ਐਂਡ ਆਰਡਰ ਹੇਅਰ। ਇੱਥੇ 52, 53, 55 ਕਤਲ ਹੋ ਗਏ ਨੇ ਰੋਜ਼। ਜਿਹੜਾ ਲਾਅ ਐਂਡ ਆਰਡਰ ਜਿਹੜਾ ਹੈ ਉਹ ਫਰੋਮ ਬੈਡ ਟੂ ਵਰਸ ਜਾ ਰਿਹਾ। ਸਾਡੀ ਪੁਲਿਸ ਕਿਉਂ ਜਾ ਕੇ ਦਿੱਲੀ ਦੇ ਕਿਸੇ ਆਦਮੀ ਦੀ ਰਖਵਾਲੀ ਕਰਨ ਵਾਸਤੇ ਜਾਵੇ? ਇਹ ਸਾਡਾ ਇਲਜ਼ਾਮ ਹੈਗਾ, ਔਰ ਦਿੱਲੀ ਕੰਪਲੇਂਟ ਕਰਨ, ਦਿੱਲੀ ਉਹਦਾ ਕਰਨ, ਸਾਨੂੰ ਕੋਈ ਇਤਰਾਜ਼ ਨਹੀਂ। ਜੀ ਤੇ MSP ਦੀ ਗੱਲ ਕਰ ਰਹੇ ਨੇ ਹੁਣ, ਉਹ ਅੱਛੀ ਗੱਲ ਕੀਤੀ ਹੈ। ਜਿਹੜਾ ਕੰਮ ਚੰਗਾ ਕਰਨ, ਮੈਂ ਸ਼ੁਰੂ ਤੋਂ ਕਹਿੰਦਾ ਆ ਰਿਹਾ ਵਾਂ ਕਿ ਉਹਨਾਂ ਨੇ ਇੱਕ ਡਾਈਵਰਸੀਫਿਕੇਸ਼ਨ ਦਾ ਇੱਕ ਆਪਣੇ ਵੱਲੋਂ ਪਲਾਨ ਰੋਲ ਆਊਟ ਕੀਤਾ ਵਾ। ਆਈ ਹੋਪ ਕਿ ਪੰਜਾਬ ਦੇ ਕਿਸਾਨ ਜਿਹੜੀ ਝੋਨੇ ਦੀ ਜਿਹੜੇ ਲਾ ਸਕਦੇ ਨੇ, ਜਿਹੜਾ ਝੋਨੇ ਦੀ ਜਿਹੜੀ अर्ਲੀ ਵੈਰਾਈਟੀਜ਼ ਆ ਜਿਹੜੀਆਂ ਬਹੁਤ ਜ਼ਿਆਦਾ ਵਾਟਰ ਕੰਜ਼ਿਊਮਿੰਗ ਹੈ, ਅਗਰ ਤੁਸੀਂ ਉਹਨਾਂ ਨੂੰ ਅਵੋਇਡ ਕਰੋਗੇ ਤੇ ਸਾਡੇ ਪੰਜਾਬ ਦੀ ਧਰਤੀ ਦਾ ਪਾਣੀ ਬਚੇਗਾ। ਔਰ ਲੇਟ ਵੈਰਾਈਟੀਜ਼ ਲਾ ਲੈਣ, ਬਾਸਮਤੀ ਲਾ ਲੈਣ, ਜਾਂ ਜਿਹੜੀ ਵੈਰਾਈਟੀ ਪੰਜਾਬ ਸਰਕਾਰ 126 ਜਾਂ ਜਿਹੜੀ ਵੀ ਕੋਟ ਕਰ ਰਹੀ ਹੈ, ਉਹਦੇ ਨਾਲ ਤੁਸੀਂ ਟ੍ਰਿਪਲ 3 ਫਸਲਾਂ ਵੀ ਪੰਜਾਬ ਦੇ ਵਿੱਚ ਆਮ ਕਿਸਾਨ ਜਿਹੜੇ ਨੇ 3 ਫਸਲਾਂ ਲੈਂਦੇ ਨੇ। ਝੋਨੇ ਦੀ ਸਿੱਧੀ ਬਿਜਾਈ ਨੂੰ ਕਿਸ ਤਰੀਕੇ ਨਾਲ ਦੇਖ ਰਹੇ ਹੋ? ਮੈਂ ਕਹਿ ਰਿਹਾ ਨਾ, ਸਾਰਾ ਕੁਝ ਠੀਕ ਹੈ। ਜਿਹੜੀਆਂ ਗੱਲਾਂ ਚੰਗੀਆਂ ਕਰਨਗੇ, ਚੰਗੀ ਕਰਨ ਤੋਂ ਅਸੀਂ ਕਦੀ ਗੁਰੇਜ਼ ਨਹੀਂ ਕੀਤਾ। ਸਾਡਾ ਕੰਮ ਹੈ ਇਹ। ਅਸੀਂ ਲੋਕਾਂ ਦੀ ਅਦਾਲਤ ਵਿੱਚ, ਮੈਂ ਹੁਣ ਤੁਹਾਡੇ ਕੈਮਰਿਆਂ ਤੇ ਸਰਾਸਰੀ ਝੂਠ ਬੋਲੀ ਚੱਲਾਂ। ਇਸ ਵੇਲੇ ਦਿਨ ਦੇ 2:45 ਵਜੇ ਨੇ, ਮੈਂ ਕਹਿੰਦਾ ਜੀ 2:45 ਰਾਤ ਦੇ ਨੇ, ਕੀ ਸ਼ੋਭੇਗਾ? ਸੋ ਅਸੀਂ ਜਿਹੜੇ ਐਫਰਟਸ ਅੱਛੇ ਕਰਨਗੇ ਉਹਦੀ ਅਸੀਂ ਤਾਰੀਫ ਕਰ ਰਹੇ ਹਾਂ, ਲੇਕਿਨ ਜਿਹੜੇ ਕੰਮ ਗਲਤ ਹੋ ਰਹੇ ਨੇ, ਦਿੱਲੀ ਵਿੱਚ ਪੁਲਿਸ ਦਾ ਦੁਰਉਪਯੋਗ ਹੋਇਆ ਹੀ ਹੋਇਆ, ਔਰ ਜਿੰਨਾ ਮਰਜ਼ੀ ਉਹਨੂੰ ਜਸਟੀਫਾਈ ਕਰ ਲੈਣ, ਜੋ ਜਿੰਨਾ ਮਰਜ਼ੀ ਉਹਨੂੰ ਹੇਟ ਮੌਂਗਰ ਕਹਿ ਲੈਣ, ਲੈਟ ਦ ਦਿੱਲੀ ਕੋਰਟਸ, ਦਿੱਲੀ ਹਾਈ ਕੋਰਟ, ਦਿੱਲੀ ਸੁਪਰੀਮ ਕੋਰਟ, ਦਿੱਲੀ ਪੁਲਿਸ, ਲੈਟ ਦੇਅਰ ਸੋ ਮੈਨੀ ਮੈਕੈਨਿਜ਼ਮ ਦੇਅਰ। ਉੱਥੇ ਸਾਈਬਰ ਸੈੱਲ ਨਹੀਂ ਹੈਗਾ ਦਿੱਲੀ ਪੁਲਿਸ ਦੇ ਕੋਲ, ਉੱਥੇ ਕਿਉਂ ਨਹੀਂ ਕੰਪਲੇਂਟ ਕੀਤੀ? ਖਹਿਰਾ ਸਾਹਿਬ, ਇਸ ਕਰਕੇ ਸਾਰੀਆਂ ਗੱਲਾਂ। ਔਰ ਇੱਕ ਹੋਰ ਗੱਲ, ਇੱਧਰ ਤਾਂ MLAs ਦੀ ਤੇ XMLAs ਦੀ ਸਿਕਿਉਰਿਟੀ ਘਟਾਤੀ। MLAs ਦੇ ਕੋਲ ਸਿਰਫ 4-4 ਗਨਮੈਨ ਨੇ, ਠੀਕ ਹੈ, ਕੋਈ ਗੱਲ ਨਹੀਂ, ਅੱਛੀ ਗੱਲ। XMLAs ਦੀ ਵੀ ਸਿਕਿਉਰਿਟੀ ਵਾਪਸ ਲਈ, ਕੋਈ ਗੱਲ ਨਹੀਂ, ਅੱਛੀ ਗੱਲ ਹੈ। ਭਗਵੰਤ ਸਿੰਘ ਮਾਨ ਦੀ ਭੈਣ ਨੂੰ ਕੀ ਅਥਾਰਟੀ ਹੈ ਜੀ ਕਿ ਉਹ 2 ਜਿਪਸੀਆਂ ਤੇ ਸਿਕਿਉਰਿਟੀ ਵਾਹੀਕਲਸ ਤੇ ਪਤਾ ਨਹੀਂ ਕਿੰਨੇ ਗਨਮੈਨ ਦਰਬਾਰ ਸਾਹਿਬ ਵਰਗੀ ਜਗ੍ਹਾ ਤੇ, ਜਿੱਥੇ ਲੋਕੀ ਉੱਦਾਂ ਹੀ ਨੀਵੇਂ ਬੜੇ ਹੋ ਕੇ ਜਾਂਦੇ ਨੇ, ਇੰਨੀ ਸਿਕਿਉਰਿਟੀ ਲੈ ਕੇ ਜਾਂਦੇ? ਇਹ ਵੀ ਕੀ ਗਲਤ ਨਹੀਂ ਹੈ? ਇਹ ਵੀ ਪ੍ਰੋਟੋਕੋਲ ਦਾ ਹਿੱਸਾ ਵਾ। ਇਸ ਲਈ ਮੇਰੀ ਇਹ ਭਗਵੰਤ ਮਾਨ ਨੂੰ ਖਾਸ ਤੌਰ ਤੇ, ਕਿਉਂਕਿ ਵਾਟ ਦਾ ਇੰਪ੍ਰੈਸ਼ਨ ਗੋਇੰਗ ਅਰਾਊਂਡ ਇਜ਼ ਕਿ ਇਹ ਸਾਰੇ ਹੁਕਮ ਜਿਹੜੇ ਨੇ ਦਿੱਲੀੋਂ ਆ ਰਹੇ ਨੇ। ਭਗਵੰਤ ਮਾਨ ਸਿਰਫ ਇੱਕ ਐਗਜ਼ੀਕਿਊਟਿੰਗ ਅਥਾਰਟੀ ਇੱਥੇ ਬਿਠਾਇਆ ਹੋਇਆ। ਇਹ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ, ਰਾਜ ਸਭਾ 'ਚ ਵੀ ਸਾਬਤ ਹੋਇਆ, ਹੁਣ ਬਜਟ 'ਚ ਤਾਂ ਕਹਿੰਦੇ ਨੇ ਜੀ ਕਿ ਰਾਏ ਦਿਓ ਆਮ ਲੋਕਾਂ ਨੂੰ। ਕਿੰਨੇ ਕੁ ਪਿੰਡਾਂ ਦੇ ਲੋਕ ਨੇ ਜਿਹੜੇ ਆਰਥਿਕ ਤੌਰ ਤੇ ਇਕਨੋਮੀ ਨੂੰ ਸਮਝਦੇ ਨੇ ਤੇ ਤੁਹਾਨੂੰ ਰਾਏ ਦੇ ਸਕਦੇ ਨੇ? ਠੀਕ ਆ, ਕੁਝ ਦੇ ਸਕਦੇ ਨੇ। ਤੇ ਜਦੋਂ ਰਾਜ ਸਭਾ ਦੇ ਮੈਂਬਰਸ ਨੂੰ ਇਲੈਕਟ ਕਰਨਾ ਸੀ, ਭੇਜਣਾ ਸੀ, ਉਦੋਂ ਤਾਂ ਕੋਈ ਰਾਏ ਨਹੀਂ ਮੰਗੀ ਤੁਸੀਂ। ਇਸ ਕਰਕੇ ਹਰ ਚੀਜ਼ ਨੂੰ ਲੋਕ ਬੜੀ ਕੇਅਰਫੁਲੀ, ਅੱਜ ਪੰਜਾਬ ਦੇ ਲੋਕ ਬੜੇ ਜਾਗਰੂਕ ਨੇ, ਹਰ ਚੀਜ਼ ਨੂੰ ਕੇਅਰਫੁਲੀ ਵਾਚ ਕਰਦੇ ਨੇ। ਚੰਗਾ ਕੰਮ ਕਰਨਗੇ ਚੰਗਾ ਕਵਾਂਗੇ, ਮਾੜਾ ਕਰਨਗੇ ਤਾਂ ਮਾੜਾ ਹੀ ਉਹਦਾ ਨਤੀਜਾ ਨਿਕਲੇਗਾ। ਚੰਗੇ ਮਾੜੇ ਕੰਮ ਦਾ ਨਤੀਜਾ ਕਦੀ ਚੰਗਾ ਹੋ ਹੀ ਨਹੀਂ ਸਕਦਾ। ਇੱਕ ਹੋਰ ਹੁਣ ਕਾਂਗਰਸ ਦਾ ਹਿੱਸਾ ਨਹੀਂ ਹੈ। ਨਵਜੋਤ ਸਿੱਧੂ ਤੇ ਵੀ ਐਕਸ਼ਨ ਦੇ ਲਈ ਰਾਜਾ ਵੜਿੰਗ ਹੋਰਾਂ ਨੇ ਕਿਹਾ, ਨਵਜੋਤ ਸਿੱਧੂ ਦੇ ਐਕਸ਼ਨ ਤੇ ਦੂਸਰਾ ਰਾਣਾ ਗੁਰਜੀਤ ਹੋਰਾਂ ਦੇ ਉੱਤੇ ਐਕਸ਼ਨ, ਤੁਸੀਂ ਕਿਸ ਤਰੀਕੇ ਨਾਲ ਦੇਖਦੇ? ਦੇਖੋ, ਦੈਟ ਇਜ਼ ਦ ਡੋਮੇਨ ਆਫ ਆਵਰ PCC ਪ੍ਰੈਜ਼ੀਡੈਂਟ। ਇਹ ਮੇਰਾ ਡੋਮੇਨ ਨਹੀਂਗਾ।
ਤੁਸੀਂ ਮੰਗ ਅੱਜ ਵੀ CLP ਦੀ ਡੋਮੇਨ ਮੇਰਾ ਨਹੀਂਗਾ। ਮੈਂ ਜਦੋਂ ਉਹਨਾਂ ਨੇ ਸਾਰਾ ਕੁਝ ਆਪਣਾ ਗੱਲ ਕਹਿਤੀ ਹੈ, ਪ੍ਰੋਟੋਕਾਲ ਨੂੰ ਫੋਲੋ ਕਰਦੇ, ਮੈਂ ਸੋਚਿਆ ਕਿ ਜਿਹੜੀਆਂ ਗੱਲਾਂ ਮੇਰੇ ਤੱਕ ਲੋਕ ਪਹੁੰਚਦੀਆਂ ਕਰਦੇ ਉਹ ਮੈਂ ਤੁਹਾਡੇ ਜ਼ਰੀਏ ਪੰਜਾਬ ਦੇ ਲੋਕਾਂ ਤੱਕ ਪਹੁੰਚਦੀਆਂ ਕਰਾਂ। ਲੇਕਿਨ ਖਹਿਰਾ ਸਾਹਿਬ, ਤੁਹਾਨੂੰ ਲੱਗਦਾ ਹੈ ਜਿਨ੍ਹਾਂ ਨੇ ਪਾਰਟੀ ਦਾ ਅਨੁਸ਼ਾਸਨ ਭੰਗ ਕੀਤਾ ਸੀ ਚੋਣਾਂ ਵੇਲੇ, ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ? ਅਗਰ ਕੋਈ ਡਿਸਪਲਿਨਰੀ ਐਕਸ਼ਨ ਹੈਗਾ ਹੋ ਰਿਹਾ ਪਾਰਟੀ ਨੂੰ ਡਿਸਪਲਿਨ ਮੇਨਟੇਨ ਕਰਨ ਵਾਸਤੇ, ਫਿਰ ਉਹ ਸਿਲੈਕਟਿਵ ਨਹੀਂ ਹੋਣਾ ਚਾਹੀਦਾ। ਉਹ ਕੋਈ ਚੁਣ ਕੇ ਨਹੀਂ ਹੋਣਾ ਚਾਹੀਦਾ ਕਿ ਇਹਦੇ ਖਿਲਾਫ ਕਰਤਾ ਤੇ ਇਹਨੂੰ ਛੱਡਤਾ। ਦੇ ਹੈਵ ਟੂ ਇਲੈਕਸ਼ਨ, ਪ੍ਰੀ ਇਲੈਕਸ਼ਨ, ਪੋਸਟ ਇਲੈਕਸ਼ਨ ਸਾਰਾ ਅੱਛੀ ਤਰ੍ਹਾਂ ਐਨਾਲਾਈਜ਼ ਕਰਨ। ਜਿਨ੍ਹਾਂ ਵੀ ਲੋਕਾਂ ਨੇ, ਚਾਹੇ ਉਹ ਕੋਈ ਕਿੰਨਾ ਹੀ ਪਾਵਰਫੁਲ ਆਦਮੀ ਹੈ, ਜਿਨ੍ਹਾਂ ਲੋਕਾਂ ਨੇ ਕੋਈ ਪਾਰਟੀ ਦਾ ਡਿਸਪਲਿਨ ਤੋੜਿਆ ਵਾ, ਇਟ ਹੈਜ਼ ਟੂ ਬੀ ਯੂਨੀਫਾਰਮ ਇਨ ਨੇਚਰ, ਦੈਨ ਓਨਲੀ ਕੇਡਰ ਨੂੰ ਅੱਛੀ ਤਰ੍ਹਾਂ ਕੌਨਫੀਡੈਂਸ ਵਾਲਾ ਮੈਸੇਜ। ਹਰਿਆਣਾ ਪੁਲਿਸ ਦੀ ਕਾਰਵਾਈ ਨੂੰ ਕਿਵੇਂ ਦੇਖਦੇ ਹੋ? ਹਰਿਆਣਾ ਪੁਲਿਸ ਦੀ, ਹਾਂ, ਇਹ BJP ਦੀ ਪੁਲਿਸ ਦੀ ਕਾਰਵਾਈ ਵੀ ਗਲਤ ਹੀ ਕਰਾਰ ਦਿੰਦਾ, ਕਿਉਂਕਿ ਇਹਨਾਂ ਨੇ ਇੱਕ ਮੌਕਾ ਦਿੱਤਾ ਵਾ। ਇਹ ਦਿੱਲੀ ਪਹੁੰਚ ਜਾਂਦੇ ਨੇ, ਦਿੱਲੀ ਜਾ ਕੇ ਪਹਿਲਾਂ ਬੱਗੇ ਨੂੰ ਚੱਕਦੇ ਨੇ ਘਰੋਂ, ਬਾਅਦ 'ਚ ਯਾਦ ਆਉਂਦਾ ਵਾ ਕਿ ਹਾਂ ਇੱਕ ਰਪਟ ਲਿਖਾਉਣੀ ਹੁੰਦੀ ਪੁਲਿਸ ਸਟੇਸ਼ਨ ਵਿੱਚ, ਉਹ ਵੀ ਫਾਰਮੈਲਿਟੀ ਕਰ ਦਿਓ। ਵੈਸੇ ਨਾਰਮਲ ਕੋਰਸ ਵਿੱਚ ਪੁਲਿਸ ਇਦਾਂ ਹੀ ਕਰਦੀ ਹੈ, ਬੰਦਾ ਚੱਕ ਲੈਂਦੇ ਨੇ। ਆਪਣੇ ਵੱਲੋਂ ਇਹਨਾਂ ਨੇ ਪੁਰਾਣੇ ਸਟਾਈਲ ਦਾ ਕੀਤਾ, ਪਰ BJP ਬੈਠੀ ਹੈ ਉੱਥੇ, ਉਹਨਾਂ ਦੇ ਕੋਲ ਕੇਂਦਰ ਦੀ ਵੀ ਪੁਲਿਸ, ਦਿੱਲੀ ਦੀ ਵੀ ਪੁਲਿਸ ਹੈ, ਹਰਿਆਣੇ ਦੀ। ਉਹਨਾਂ ਨੇ ਫਿਰ ਇਹਨਾਂ ਦੇ ਉਹ ਕੀ ਕਹਿੰਦੇ ਹੁੰਦੇ ਕਿ ਨੇਲੇ ਤੇ ਦੇਲਾ ਹੋਇਆ ਵਾ ਬਸ। ਹੁਣ ਨੇਲੇ ਵਾਲਿਆਂ ਨੂੰ ਸਮਝ ਆ ਗਈ ਕਿ ਦੇਲੇ ਵੀ ਬੈਠੇ ਨੇ ਇਸ ਦੇਸ਼ ਦੇ ਵਿੱਚ। ਪਰ ਇਹਦਾ ਕੁੱਲ ਮਿਲਾ ਕੇ ਸ਼ਿਕਾਰ ਕੌਣ ਹੋਇਆ? ਸਾਡੇ ਆਫਸਰਸ ਹੋਏ ਨੇ, ਸਾਡੀ ਪੁਲਿਸ ਹੋਈ ਹੈ, ਸਾਡੀ ਇਮੇਜ ਹੋਈ ਹੈ, ਪੰਜਾਬ ਦੇ ਲੋਕਾਂ ਦੇ ਜਜ਼ਬਾਤਾਂ ਦੀ ਜਿਹੜੀ ਹੈਗੀ ਤੋਹੀਨ ਹੋਈ ਹੈ, ਇਹ ਸਾਰਾ। ਔਰ ਮੈਂ ਇੱਕ ਲਾਸਟ ਅੱਜ ਟਵੀਟ ਵੀ ਕੀਤਾ ਵਾ, ਇੱਕ 12ਵੀਂ ਜਮਾਤ ਦਾ ਬੱਚਾ ਚੱਕਿਆ ਵਾ, ਜਸ਼ਨਦੀਪ, ਤਰਨਤਾਰਨ। ਉਹਦਾ ਅੱਜ ਪੇਪਰ ਸੀਗਾ ਜਾਂ ਸ਼ਾਇਦ ਮੰਡੇ ਨੂੰ ਪੇਪਰ ਹੈ। ਦਿਸ ਇਜ਼ ਅਨਕਾਲਡ ਫॉर। ਭਗਵੰਤ ਮਾਨ ਨੂੰ ਇਹੋ ਜਿਹੇ ਕੰਮਾਂ ਵਾਸਤੇ ਆਪਣੀ ਅਥਾਰਟੀ ਯੂਜ਼ ਕਰਨੀ ਚਾਹੀਦੀ। ਉਹਨੂੰ ਹਰਿਆਣਾ ਪੁਲਿਸ ਨਾਲ, ਜਿਹੜਾ ਕਰਨਾਲ 'ਚ ਕੁਝ ਲੋਕ ਫੜੇ ਗਏ ਨੇ ਜਿਨ੍ਹਾਂ ਨੂੰ ਖਾਲਿਸਤਾਨ ਐਲੀਮੈਂਟ ਕਿਹਾ ਜਾ ਰਿਹਾ ਵਾ, ਦਾ ਪੁਲਿਸ ਹੈਜ਼ ਦ ਰਾਈਟ ਟੂ ਇਨਵੈਸਟੀਗੇਟ ਐਵਰੀਬਡੀ। ਪਰ ਇੱਕ 12ਵੀਂ ਜਮਾਤ ਦੇ ਬੱਚੇ ਲਈ ਜਿਹੜਾ ਜੁਵੇਨਾਈਲ ਐਕਟ ਨਾਲ ਪ੍ਰੋਟੈਕਟਡ ਹੈ, ਆਈ ਐਮ ਸ਼ੋਰ ਕਿ ਉਹਦੇ ਨਾਲ ਖੈਰ ਸਾਹਿਬ, ਉਮਰ 18 ਸਾਲ ਆ, ਉਹ ਹਜੂਰ ਸਾਹਿਬ ਉਹਨਾਂ ਨਾਲ ਗਿਆ ਸੀ ਵਿਅਕਤੀ ਨੂੰ ਪੁਲਿਸ ਕਹਿ ਰਹੀ ਹੈ। ਨਹੀਂ, ਮੰਨ ਲਿਆ ਗਿਆ ਹੋਊਗਾ, ਹੋ ਸਕਦਾ ਉਹਦੇ ਰਿਸ਼ਤੇਦਾਰੀ ਵੀ ਹੋਵੇ, ਹੋ ਸਕਦਾ ਕੋਈ ਤਾਲੁਕਾਤ ਵੀ ਹੋਣ, ਪਰ ਕੁਛ ਨਾ ਕੁਛ ਮਾੜਾ ਮੋਟਾ ਇੱਕ ਏਜ ਫੈਕਟਰ, ਇੱਕ ਬੱਚਾ ਜਿਹੜਾ 12ਵੀਂ ਜਮਾਤ 'ਚ ਪੜ੍ਹਦਾ, ਉਹ ਕਿੱਡਾ ਕੁ ਵੱਡਾ ਅੱਤਵਾਦੀ ਹੋਊਗਾ, ਮੈਨੂੰ ਸਮਝਾ ਦਿਓ ਜ਼ਰਾ। ਸੋ ਭਗਵੰਤ ਮਾਨ ਦਾ ਇਹ ਫਰਜ਼ ਬਣਦਾ ਕਿ ਪੰਜਾਬ ਦੇ ਵਸਿੰਦੇ ਨੂੰ ਹਰਿਆਣੇ ਦੀ ਪੁਲਿਸ ਚੱਕ ਕੇ ਲੈ ਕੇ ਗਈ ਹੈ। He should intervene. I'm seeking intervention from the Chief Minister, from our government, that he should seek intervention with the Haryana government. These are the issues ਜਿਹਦੇ 'ਚ intervention ਦੀ ਲੋੜ ਆ। ਬੱਗੇ ਨੂੰ ਚੱਕਣ ਦੀ ਕੋਈ ਲੋੜ ਨਹੀਂ ਸੀਗੀ। ਬੱਗੇ ਦੇ ਖਿਲਾਫ ਕੋਈ ਕ੍ਰਿਮੀਨਲ ਕੰਪਲੇਂਟ ਕੇਜਰੀਵਾਲ ਸਾਹਿਬ ਲੌਂਚ ਕਰ ਦਿੰਦੇ ਕਿਸੇ ਅਦਾਲਤ ਵਿੱਚ, ਉੱਥੇ ਵੀ ਸਰਮਨ ਹੋ ਜਾਣਾ ਸੀ, ਤਲਬ ਹੋ ਜਾਣਾ ਸੀਗਾ, ਫਿਰ ਕਿਸੇ ਨੇ ਰੋਕਣਾ ਵੀ ਨਹੀਂ ਸੀਗਾ। ਪਰ ਇਹਦੇ 'ਚੋਂ ਬਦਲਾਖੋਰੀ ਦੀ ਬੂ ਜਿਹੜੀ ਆ ਰਹੀ ਹੈ, ਉਹ ਉਹਨਾਂ ਨੇ ਗੱਲ ਮਾੜੀ ਕੀਤੀ। ਖਹਿਰਾ ਸਾਹਿਬ, ਕਿਤੇ ਨਾ ਕਿਤੇ ਜਿਹੜਾ ਹੈਗਾ ਵੈਂਡੇਟਾ ਤਾਂ ਸਾਰੇ ਪੰਜਾਬ ਚੱਲ ਰਿਹਾ। ਮੇਰੇ ਹਲਕੇ ਦੇ ਵਿੱਚ ਇੱਕ ਅਧਿਕਾਰਤ ਪੰਚ ਦੀ ਚੋਣ ਹੋਣੀ ਆ। ਇੰਨਾ ਕੀ ਮੁੱਦਾ, ਇੰਨਾ ਕੁ, ਤੇ ਇੰਨੇ ਦਿਲ ਇਹਨਾਂ ਦੇ ਦਿਲ ਹੋ ਗਏ ਨੇ। ਅਸੀਂ ਉਹਦੇ 'ਚ 9 ਚੋਂ 6 ਮੈਂਬਰ ਸਾਡੇ ਨੇ। 2 ਵਾਰ ਮੀਟਿੰਗ ਦਾ ਨੋਟਿਸ ਦਿੱਤਾ BDO ਨਡਾਲਾ ਨੇ, ਤੇ ਦੋਨੋਂ ਵਾਰੀ BDO ਨੂੰ ਭਜਾਤਾ, ਉੱਥੋਂ ਗੈਰ ਹਾਜ਼ਰ ਕਰ ਦਿੱਤਾ। ਔਰ ਮੈਂ ਮਿਨਿਸਟਰ ਸਾਹਿਬ ਨੂੰ ਆਪ ਟੈਲੀਫੋਨ ਕੀਤਾ 2 ਵਾਰੀ। ਮੈਂ ਕਿਹਾ ਤੁਸੀਂ ਆਮ ਜ਼ਮੀਨਾਂ ਵਗੈਰਾ ਛੜਾ ਰਹੇ ਹੋ, ਅੱਛਾ ਕੰਮ ਕਰ ਰਹੇ ਹੋ, ਲੇਕਿਨ ਇਸ ਕੰਮ ਵਿੱਚ ਵੀ ਆਪਣਾ ਮਾਪਦੰਡ ਤਾਂ ਠੀਕ ਰੱਖੋ ਨਾ। ਤੁਸੀਂ ਤਾਂ ਫਿਰ ਪੁਰਾਣੀਆਂ ਗੱਲਾਂ ਤੋਂ ਉਤਰ ਆਏ ਹੋ। ਇੱਕ ਪੰਚ ਦੀ ਇਲੈਕਸ਼ਨ ਨੂੰ ਹੁਣੇ ਇੱਕ ਮੇਰੇ MLA ਸਾਹਿਬ ਦੱਸ ਰਹੇ ਸੀ, ਸੁਖਵਿੰਦਰ ਸਿੰਘ ਕੋਟਲੀ, ਹੀ ਇਜ਼ MLA ਫਰੋਮ ਆਦਮਪੁਰ। ਉਹ ਸ਼ਾਇਦ ਆਪਣੇ ਪਿੰਡ ਦਾ ਸਰਪੰਚ ਵੀ ਸੀ ਬਿਫੋਰ ਬਿਕਮਿੰਗ MLA। ਉਹਨੇ ਆਪਣੇ ਪਿੰਡ ਦੀ ਉਹ ਖਰੇ 9 ਦੇ 9 ਮੈਂਬਰ ਉਹਦੇ ਨਾਲ ਆ, ਉਹਦੀ ਵੀ ਇਲੈਕਸ਼ਨ ਨਹੀਂ ਕਰਾ ਰਹੇ। ਇੱਕ MLA ਵਿਕਰਮ ਚੌਧਰੀ ਜਿਹੜੇ ਫਲੋਰ ਵਾਲੇ, ਉਹਨਾਂ ਦੀ ਜ਼ਿਲ੍ਹਾ ਪਰਿਸ਼ਦ ਦੀ ਇੱਕ ਮੈਂਬਰ ਲੇਡੀ ਨੂੰ, ਤੁਹਾਨੂੰ ਸ਼ਾਇਦ ਉਹਨਾਂ ਨੇ ਗੱਲ ਕੀਤੀ, ਉਹਨੂੰ ਗਾਲਾਂ ਕੱਢੀਆਂ ਉਹਨਾਂ ਨੇ ਔਨ ਕੈਮਰਾ, ਜਿਹੜਾ ਸੋ ਕਾਲਡ ਹਲਕਾ ਇੰਚਾਰਜ। ਇਹ ਆਪਣੇ ਵੇਲੇ ਕਾਂਗਰਸ ਦੇ ਜਿਹੜੇ ਉਸ ਵੇਲੇ ਲਾਏ ਸੀ ਇੰਚਾਰਜ, ਉਹਨਾਂ ਨੂੰ ਹਲਕਾਏ ਹੋਏ ਇੰਚਾਰਜ ਕਹਿੰਦੇ ਸੀਗੇ। ਤੇ ਹਰ ਹਲਕੇ ਦੇ ਵਿੱਚ ਮੇਰੀ ਕੌਂਸਟੀਟੂਐਂਸੀ ਜਿਹੜੇ ਆਦਮੀ ਦੀ ਜ਼ਮਾਨਤ ਜ਼ਬਤ ਹੋਈ, ਉਹਨੂੰ ਤਰਜੀਹ ਦਿੱਤੀ ਜਾ ਰਹੀ। ਫॉर ਵਾਟ? MLA ਦਾ ਕੋਈ ਰੋਲ ਨਹੀਂ ਹੈਗਾ ਸਾਡੇ ਡੈਮੋਕ੍ਰੇਸੀ ਦੇ ਵਿੱਚ। ਜਿਹੜੀਆਂ ਗਲਤੀਆਂ ਤੁਸੀਂ ਦੂਜਿਆਂ ਦੇ ਕੱਢਦੇ ਸੀਗੇ, ਤੇ ਤੁਸੀਂ ਉਹੀ ਆਪ ਸਾਰੀਆਂ ਗੱਲਾਂ ਕਰੋਗੇ, ਤੇ ਫਿਰ ਤੁਹਾਨੂੰ ਜਿਹੜਾ ਹੈਗਾ ਬਦਲਾਵ ਦੀ ਰਾਜਨੀਤੀ ਕਿੱਥੇ ਸਾਨੂੰ ਨਜ਼ਰ ਆਵੇ।